बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ व ईमान दे विच रखे। अज दे व्लॉग दे विच मैं तुहानूं दसांगा कि पाकिस्तान दा शहर पेशावर ਉਹਦੇ ਵਿੱਚ ਇੱਕ ਵਾਕਿਆ ਪੇਸ਼ ਆਇਆ ਕਿ ਇੱਕ ਬੰਦਾ ਆ ਜਿਹੜਾ ਬਰਤਾਨੀਆ ਰਹਿੰਦਾ UK ਅਰਬਪਤੀ ਹੁੰਦਾ। ਉਹ ਹਰ ਸਾਲ 11ਵੇਂ ਮਹੀਨੇ ਨਵੰਬਰ ਦੇ ਵਿੱਚ ਪਾਕਿਸਤਾਨ ਆਂਦਾ ਤੇ ਉਹਦੇ ਉੱਤੇ ਕੋਈ ਦੁਸ਼ਮਣਾਂ ਨੇ ਹਮਲਾ ਕਰ ਦਿੱਤਾ, ਉਹਨੂੰ ਮਾਰ ਦਿੱਤਾ। ਤੇ ਉਹ ਮਾਰਨ ਵਾਲੇ ਕੌਣ ਸੀ ਔਰ ਉਹ ਹਮਲਾ ਕਿਸ ਨੇ ਕਰਵਾਇਆ ਤੇ ਉਹਦੀਆਂ ਸ਼ਾਦੀਆਂ ਵੀ ਦੋ ਸੀ ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ ਔਰ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ ਤਾਂ ਕਿ ਜਿਹੜੀ ਵੀ ਮੇਰੀ ਨਵੀਂ ਵੀਡੀਓ ਅਪਲੋਡ ਹੋਵੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਸ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਰਹਿ ਸਕਦੇ ਹੋ। ਇਹ ਪਸ਼ਾਵਰ ਦਾ ਵਾਕਿਆ ਆ, ਫਕੀਰਾਬਾਦ ਦਾ ਇਲਾਕਾ ਆ, ਥਾਣਾ ਇਹਨੂੰ ਗੁਲਬਹਾਰ ਲੱਗਦਾ ਤੇ ਉੱਥੇ ਦਾ ਇੱਕ ਰਿਹਾਇਸ਼ੀ ਆ ਸੁਭਾਨ ਸ਼ਾਹ। ਤੇ ਉਹ ਜਿਹੜਾ ਆ ਸੁਭਾਨ ਸ਼ਾਹ ਬਹੁਤ ਗਰੀਬ ਆਦਮੀ ਹੁੰਦਾ। ਸ਼ੁਰੂ ਦੀ ਜਿਹੜੀ ਜ਼ਿੰਦਗੀ ਹੈ, ਇਬਤਦਾਈ ਜ਼ਿੰਦਗੀ, ਉਹਦੇ ਹਾਲਾਤ ਬੜੇ ਤੰਗੀ ਦੇ ਹੁੰਦੇ ਨੇ। ਤੇ ਉਹਦਾ ਇੱਕ ਦੋਸਤ ਨਾਲ UK ਬਰਤਾਨੀਆ ਦੇ ਵਿੱਚ ਰਹਿੰਦਾ। ਉਹਨੂੰ ਕਹਿੰਦਾ ਕਿ ਯਾਰ ਤੂੰ ਇਸ ਤਰ੍ਹਾਂ ਕਰ, UK ਦਾ ਵੀਜ਼ਾ ਅਪਲਾਈ ਕਰ ਤੇ ਤਾਂ ਕਿ ਤੇਰੇ ਵੀ ਘਰ ਦੇ ਹਾਲਾਤ ਬਦਲ ਜਾਣ। ਉਹਨੇ ਆਪਣੇ ਦੋਸਤ ਦੇ ਉੱਤੇ ਕਹਿਣ ਤੇ ਉਹ ਵੀਜ਼ਾ ਅਪਲਾਈ ਕਰਤਾ। ਕਰਨੀ ਅੱਲਾ ਦੀ ਐਸੀ ਕਿ ਉਹਦਾ ਵੀਜ਼ਾ ਜਿਹੜਾ UK ਦਾ ਨਿਕਲ ਆਉਂਦਾ। ਉਹ UK ਚਲਾ ਜਾਂਦਾ, ਉੱਥੇ ਜਾ ਕੇ ਦਿਨ ਰਾਤ ਕਮਾਈ ਕਰਦਾ, ਮਿਹਨਤ ਕਰਦਾ, ਪੈਸਾ ਕਮਾਉਂਦਾ, ਪੈਰਾਂ 'ਤੇ ਖੜਾ ਹੋ ਜਾਂਦਾ। ਉਸ ਤੋਂ ਬਾਅਦ ਉਹਦੇ ਦੋਸਤ ਨੇ ਉੱਥੇ ਫੈਮਿਲੀ ਰੱਖੀ ਹੁੰਦੀ। ਉਹਦੇ ਜ਼ਿਹਨ 'ਚ ਵੀ ਖਿਆਲ ਆਉਂਦਾ ਕਿ ਯਾਰ ਮੈਂ ਵੀ ਆਪਣੀ ਫੈਮਿਲੀ ਜਿਹੜੀ ਆ ਇੱਥੇ ਲੈ ਆਵਾਂ ਔਰ ਇੱਥੇ ਅਸੀਂ ਮਜ਼ੇ ਨਾਲ ਜ਼ਿੰਦਗੀ ਗੁਜ਼ਾਰੀਏ। ਤੇ ਉਹਨੇ ਆਪਣੀ ਫੈਮਿਲੀ ਵਾਸਤੇ ਵੀਜ਼ਾ ਅਪਲਾਈ ਕਰਤਾ। ਉਹਨੇ ਦੋ ਸ਼ਾਦੀਆਂ ਕੀਤੀਆਂ ਹੁੰਦੀਆਂ। ਇੱਕ ਬੀਵੀ ਦਾ ਨਾਮ ਹੁੰਦਾ ਇਰਮ, ਉਹਦੇ 3 ਬੱਚੇ ਹੁੰਦੇ ਆ ਔਰ ਇੱਕ ਦੂਸਰੀ ਜਿਹੜੀ ਬੀਵੀ ਆ ਉਹਦਾ ਨਾਂ ਹੁੰਦਾ ਸਲਮਾ, ਉਹਦੇ 'ਚੋਂ ਇੱਕ ਬੇਟਾ ਹੁੰਦਾ। ਤੇ ਇਹ ਜਿਹੜੀ ਇਰਮ ਆ ਇਹਦੇ ਨਾਲ ਇਹਨੇ ਪਹਿਲਾਂ ਸ਼ਾਦੀ ਕੀਤੀ ਸੀ। ਫਿਰ ਦੂਸਰੀ ਬੀਵੀ ਜਿਹੜੀ ਸਲਮਾ ਸੀ ਉਹਦੇ ਨਾਲ ਦੂਸਰੀ ਪਿਆਰ ਦੀ ਸ਼ਾਦੀ ਫਿਰ ਕੀਤੀ। ਉਹਦੇ 'ਚੋਂ ਇੱਕ ਬੇਟਾ ਸੀ। ਉਹਨੇ ਪਹਿਲੀ ਬੀਵੀ ਦਾ ਜਿਸ ਵੇਲੇ ਵੀਜ਼ਾ ਅਪਲਾਈ ਕੀਤਾ ਉਹ ਨਿਕਲ ਆਇਆ। ਉਹ ਪਹਿਲੀ ਬੀਵੀ ਨੂੰ ਲੈ ਕੇ ਤੇ 3 ਬੱਚੇ ਲੈ ਕੇ ਤੇ ਬਾਹਰ UK ਚਲਾ ਜਾਂਦਾ। ਉੱਥੇ ਸੈਟਲ ਹੋ ਜਾਂਦਾ, ਉੱਥੇ ਕਮਾਉਂਦਾ, ਅੱਛਾ ਰੁਜ਼ਗਾਰ ਉਹਨੂੰ ਮਿਲਦਾ, ਫਿਰ ਬਿਜ਼ਨਸ ਕਰਦਾ ਤੇ ਕਾਫੀ ਯਾਨੀ ਅਮੀਰ ਬਣ ਗਿਆ ਬੰਦਾ ਉਹ। ਤੇ ਉਹਨੇ ਫਿਰ ਇੱਕ ਆਪਣੀ ਜਿਹੜੀ ਬੁੱਢੀ ਆ ਉਹ ਪਾਕਿਸਤਾਨ ਪਸ਼ਾਵਰ ਦੇ ਵਿੱਚ ਰੱਖੀ। ਪਹਿਲੋਂ ਦੀ ਸ਼ਾਦੀ ਤੋਂ ਪਹਿਲਾਂ ਦੋਨੋਂ ਇੱਥੇ ਪਾਕਿਸਤਾਨ ਰਹਿੰਦੀਆਂ ਸੀ ਤੇ ਦੋਨੋਂ ਅਲੱਗ ਰਹਿੰਦੀਆਂ ਸੀ ਤੇ ਦੋਨੋਂ ਯਾਨੀ ਆਪਣੇ ਆਪਣੇ ਮਕਾਨ ਦੇ ਵਿੱਚ ਰਹਿੰਦੀਆਂ ਸੀ। ਦੋਨਾਂ ਨੂੰ ਮਕਾਨ ਬਣਾ ਕੇ ਦਿੱਤੇ ਸੀ। ਤੇ ਉਹ ਜਿਹੜੀ ਦੂਸਰੀ ਬੁੱਢੀ ਸੀ ਜਿਹਦਾ ਇੱਕ ਬੇਟਾ ਸੀ ਉਹ ਇੱਥੇ ਪਾਕਿਸਤਾਨ ਰਹਿੰਦੀ ਸੀ। ਤੇ ਉਹ ਜਿਹੜਾ ਸੀ ਸ਼ਾਹ ਹੁਸੈਨ ਹਰ ਵਕਤ ਯਾਨੀ ਰਾਬਤੇ 'ਚ ਰਹਿੰਦਾ ਸੀ ਦੂਸਰੀ ਬੁੱਢੀ ਦੇ ਨਾਲ ਔਰ ਹਰ ਸਾਲ ਨਵੰਬਰ ਦੇ ਵਿੱਚ ਉਹਨੂੰ ਮਿਲਣੇ ਵਾਸਤੇ ਪਾਕਿਸਤਾਨ ਆਉਂਦਾ ਸੀ। ਉਹਦੇ ਨਾਲ ਟਾਈਮ ਵੀ ਗੁਜ਼ਾਰਦਾ ਸੀ ਆ ਕੇ ਤੇ ਖਰਚਾ ਵੀ ਭੇਜਦਾ ਹੁੰਦਾ ਸੀ। ਤੇ ਜਿਹੜੀ ਪਹਿਲੀ ਬੁੱਢੀ ਇਰਮ ਜਿਹਦੇ 'ਚ 3 ਬੱਚੇ ਉਹ ਉਹਨੂੰ ਨਾਲ ਲੈ ਜਾਂਦਾ UK ਦੇ ਵਿੱਚ ਤੇ ਉਹ ਉੱਥੇ ਹੀ ਸੈਟਲ ਹੋ ਜਾਂਦੇ ਨੇ ਤੇ ਉਹਨਾਂ ਦਾ ਵੀ ਖਰਚਾ ਚਲਾਉਂਦਾ, ਇੱਧਰੋਂ ਪਾਕਿਸਤਾਨ ਵੀ ਭੇਜਦਾ, ਇਹਨਾਂ ਦੀ ਵੀ ਦੇਖਭਾਲ ਕਰਦਾ। ਤੇ ਉਹ ਪਹਿਲੋਂ ਤਾਂ ਸ਼ੁਰੂ ਦੇ ਵਿੱਚ ਤਾਂ ਸਾਲ ਬਾਅਦ ਨਵੰਬਰ ਦੇ ਵਿੱਚ ਆਉਂਦਾ ਰਿਹਾ। ਫਿਰ ਆਸਤਾ ਫਿਰ ਉਹ 2 ਸਾਲ ਬਾਅਦ ਆਉਣਾ ਸ਼ੁਰੂ ਹੋ ਗਿਆ। ਉਹ ਆਸਤਾ ਫਿਰ 2 ਸਾਲ ਬਾਅਦ ਸ਼ੁਰੂ ਜਿਸ ਵੇਲੇ ਹੋਇਆ ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀ ਅਜ਼ੀਜ਼ੋ ਕਾਰ, ਖਾਸ ਕਰ ਉਹ ਸਲਮਾ ਦੀ ਮਾਂ ਜਿਹੜੀ ਆ ਉਹ ਉਹਨੂੰ ਭੜਕਾਉਂਦੀ ਆ। ਉਹ ਕਹਿੰਦੀ ਆ ਕਿ ਤੇਰਾ ਇਹ ਵੀਜ਼ਾ ਕਿਉਂ ਨਹੀਂ ਅਪਲਾਈ ਕਰਦਾ, ਤੈਨੂੰ ਕਿਉਂ ਨਹੀਂ ਲੈ ਕੇ ਜਾਂਦਾ। ਤੇ ਉਹ ਕੋਸ਼ਿਸ਼ ਬੜੀ ਕਰਦਾ, ਉਹਦੇ ਵੀਜ਼ੇ ਵਾਸਤੇ ਵੀ ਅਪਲਾਈ ਕਰਦਾ, ਲੇਕਿਨ ਉਹ ਸਲਮਾ ਦਾ ਕੁਦਰਤੀ ਗੱਲ ਆ ਵੀਜ਼ਾ ਨਹੀਂ ਨਿਕਲਦਾ। ਤੇ ਉਹ ਫਿਰ ਇਖਤਲਾਫਾਤ ਸ਼ਿੱਦਤ ਅਖਤਿਆਰ ਕਰ ਜਾਂਦੇ ਨੇ। ਤੇ ਜਿਹੜੀ ਸਲਮਾ ਦੀ ਮਾਂ ਆ ਉਹ ਉਹਨੂੰ ਹੋਰ ਚੁੱਕਦੀ ਥਲਦੀ ਆ ਕਿ ਦੇਖਿਆ ਇਹ ਦੂਸਰੀ ਜਿਹੜੀ ਪਹਿਲੀ ਬੀਵੀ ਆ ਉਹ ਤੈਨੂੰ ਲਿਜਾ ਕੇ ਰਾਜ਼ੀ ਨਹੀਂ, ਉਹ ਵੀਜ਼ਾ ਤੇਰਾ ਨਹੀਂ ਕਢਾਉਂਦੇ ਹੈਗੇ। ਇਸ ਵਜ੍ਹਾ ਨਾਲ ਕਾਫੀ ਗੱਲਾਂ ਅੱਗੇ ਵਧੀਆਂ ਗਈਆਂ ਤੇ ਆਖਰਕਾਰ ਇੱਕ ਟਾਈਮ ਇਹ ਆ ਗਿਆ
कि सलमा ते उहदी अम्मी ने सोचना शुरू कर दिता ते सलमा नूं ने पंप करना शुरू कर दिता कि ये जिहड़ा तेरा वीज़ा नहीं बनाएगा, तेरे नाल प्यार नहीं करदा, तू इस तरह करके इहनूं ना ठिकाने लगा दे। पाकिस्तान दे विच जिन्नी भी जायदाद आ वो तेरी हो जाएगी, यूके वाली जायदाद आ या जो भी आ ਉਹਦੀ बुढ़ी आ यूके ਦੇ ਵਿੱਚ ਰਹਿੰਦੀ, ਉਹ ਉੱਥੇ ਹੀ ਸੈਟਲ ਹੋ ਜਾਏਗੀ, ਉਹਨੂੰ ਉੱਥੇ ਦੀ ਨੈਸ਼ਨੈਲਿਟੀ ਮਿਲੀ ਆ, ਉਹਨੇ ਕਿਹੜਾ ਪਾਕਿस्तान ਆਣਾ, ਸਾਰਾ ਕੁਝ ਤੇਰਾ ਹੋ ਜਾਏਗਾ। ਉਹਨਾਂ ਨੇ ਫਿਰ ਇਸ ਤਰ੍ਹਾਂ ਇਹ ਕੀਤਾ ਕਿ ਇੱਕ ਪਲਾਨ ਬਣਾਇਆ ਆਪਣੇ ਭਾਈ ਦੇ ਨਾਲ, ਉਹਦਾ ਨਾਮ ਹੁੰਦਾ ਜਾਵੇਦ। ਜਾਵੇਦ ਨੇ ਕਿਰਾਏ ਦੇ ਕਾਤਲ ਜਿਹੜੇ ਸੀ, ਕਿਰਾਏ ਤੇ ਗੁੰਡੇ ਸੱਦੇ, ਉਹਨਾਂ ਨੂੰ 7 ਲੱਖ ਰੁਪਈਆ ਦਿੱਤਾ। 7 ਲੱਖ ਰੁਪਈਆ ਦੇ ਕੇ ਤੇ ਸੁਭਾਨ ਸ਼ਾਹ ਨੂੰ ਯਾਨੀ ਆਪਣੇ ਤੁਸੀਂ ਕਹਿ ਲਓ ਬਹਿਨੋਈ ਨੂੰ ਕਤਲ ਕਰਾਉਣ ਵਾਸਤੇ ਉਹਨਾਂ ਨੂੰ 7 ਲੱਖ ਦੇ ਦਿੱਤਾ ਔਰ ਉਹਨੂੰ ਕਿਹਾ ਕਿ ਤੂੰ ਇਹਨੂੰ ਮਾਰ ਦੇ। ਕਿਰਾਏ ਦੇ ਗੁੰਡੇ ਨੂੰ ਕੀ, ਉਹਨਾਂ ਨੇ ਪੈਸੇ ਲੈਣੇ, ਉਹਨਾਂ ਨੇ ਠਾ ਠਾ ਕਰਕੇ ਦੇ ਫਾਇਰ ਮਾਰਤਾ, ਉਹ ਮਰ ਗਿਆ। ਤੇ ਫਿਰ ਜਿਸ ਵੇਲੇ ਇਨਵੈਸਟੀਗੇਸ਼ਨ ਸ਼ੁਰੂ ਹੋਈ, ਤਹਿਕੀਕਾਤ ਸ਼ੁਰੂ ਹੋਈ ਤੇ ਪੁਲਿਸ ਕਿਸੇ ਤਰੀਕੇ ਨਾਲ ਪਹੁੰਚ ਗਈ ਤੇ ਜਿਸ ਵੇਲੇ ਉਹ ਗੁੰਡਿਆਂ ਨੂੰ ਫੜਿਆ, ਗੁੰਡਿਆਂ ਨੇ ਸਾਰੇ ਗੱਲ ਸੱਚੀ ਸੱਚੀ ਦੱਸਤੀ ਕਿ ਸਾਨੂੰ ਜਾਵੇਦ ਨਾਮੀ ਇੱਕ ਆਦਮੀ ਨੇ 7 ਲੱਖ ਰੁਪਈਆ ਦਿੱਤਾ ਸੀ ਇਹਨੂੰ ਮਰਵਾਉਣ ਵਾਸਤੇ, ਕਿਉਂਕਿ ਉਹ ਹਰ ਸਾਲ ਨਵੰਬਰ ਦੇ ਵਿੱਚ ਪਾਕਿਸਤਾਨ ਆਉਂਦਾ ਸੀ ਉਹਨੂੰ ਮਿਲਣੇ ਵਾਸਤੇ। ਹੁਣ ਦੇਖ ਲਓ ਤੁਸੀਂ, ਉਹ ਪਾਕਿਸਤਾਨ ਆਇਆ ਉਹਨੂੰ ਮਿਲਣੇ ਵਾਸਤੇ ਔਰ ਖਰਚਾ ਵੀ ਉਹ ਭੇਜਦਾ ਸੀ। ਤੇ ਬਸ ਉਹ ਲਾਲਚ ਬੁਰੀ ਬਲਾ ਨਾ ਤੇ ਹਸਦ ਫਿਰ ਦੂਸਰੀ ਬੁੱਢੀ ਕੋਲੋਂ, ਤੇ ਉਹਨਾਂ ਨੇ ਨਾ ਆਪਣੇ ਭਰਾ ਨੂੰ ਸਲਮਾ ਨੇ ਕਹਿ ਕੇ ਜਾਵੇਦ ਕੋਲੋਂ 7 ਲੱਖ ਦੇ ਕੇ ਤੇ ਉਹਨੂੰ ਮਰਵਾਤਾ ਜਿਸ ਵੇਲੇ ਪਾਕਿਸਤਾਨ ਮਿਲਣ ਆਇਆ। ਤੇ ਉਹ ਮਾਂ ਨੇ ਇੰਨਾ ਉਹਨੂੰ ਪੰਪ ਕੀਤਾ ਕਿ ਉਹ ਲਾਲਚ ਦੇ ਵਿੱਚ ਆ ਗਏ ਕਿ ਇਹਦੀ ਜਿੰਨੀ ਵੀ ਜਾਇਦਾਦ ਆ ਉਹ ਆਪਾਂ ਹੜੱਪ ਕਰ ਲਾਂਗੇ। ਇਸ ਤਰ੍ਹਾਂ ਇਹ ਜਿਹੜਾ ਵਾਕਿਆ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਦੇਖੋ, ਮਾਂ ਨੇ ਲਾਲਚ ਦੇ ਵਿੱਚ ਆ ਕੇ ਇੱਕ ਤਾਂ ਆਪਣੀ ਬੱਚੀ ਨੂੰ ਬੇਵਾ ਕਰਵਾਇਆ, ਦੂਜਾ ਜਿਹੜਾ ਬੱਚਾ ਸੀ ਉਹ ਵਾਲਦ ਦੀ ਯਾਨੀ ਸ਼ਫਕਤ ਤੋਂ ਮਹਰੂਮ ਹੋ ਗਿਆ ਤੇ ਬੇਵਾ ਹੋ ਗਈ ਤੇ ਬੱਚਾ ਯਤੀਮ ਹੋ ਗਿਆ। ਤੇ ਹੁਣ ਜ਼ਾਹਰ ਆ ਉਹਨਾਂ ਨੇ ਕਤਲ ਕਰਾਇਆ, ਉਹਨਾਂ ਨੂੰ ਵੀ ਸਜ਼ਾ ਹੋਏਗੀ, ਪੁਲਿਸ ਫੜੇਗੀ ਤੇ ਬੱਚੇ ਵਿਚਾਰੇ ਦਾ ਕੀ ਕਸੂਰ ਆ। ਤੇ ਇਹ ਗਲਤ ਗੱਲ ਆ ਜਿਹੜੀਆਂ ਮਾਵਾਂ ਆਪਣੀਆਂ ਬੱਚੀਆਂ ਨੂੰ ਚੱਕਦੀਆਂ ਥਲਦੀਆਂ। ਹਾਲਾਂਕਿ ਮਾਂ ਨੂੰ ਚਾਹੀਦਾ ਸੀ ਬੱਚੀ ਨੂੰ ਸਮਝਾਉਂਦੀ, ਬੇਟਾ ਕੋਈ ਗੱਲ ਨਹੀਂ, ਤੂੰ ਸਬਰ ਕਰ, ਅੱਲਾਹ ਤਾਲਾ ਹਿੰਮਤ ਕਰ, ਅੱਲਾਹ ਤਾਲਾ ਤੇਰੀ ਮਦਦ ਕਰੇਗਾ ਤੇ ਸਬਰ ਦਾ ਫਲ ਮਿੱਠਾ ਹੁੰਦਾ। ਤੇ ਲੇਕਿਨ ਮਾਂ ਨੇ ਪੰਪ ਕੀਤਾ ਜਿਹਦੀ ਵਜ੍ਹਾ ਨਾਲ ਇਹ ਸਾਰਾ ਫਿਰ ਵਾਕਿਆ ਪੇਸ਼ ਆਇਆ। ਔਰ ਉਹ ਜਿਹੜਾ ਵਿਚਾਰਾ ਬਿਜ਼ਨਸਮੈਨ ਸੀ ਸ਼ਾਹ ਹੁਸੈਨ, ਉਹ ਕਰੋੜਪਤੀ ਸੀ, ਅਰਬਪਤੀ ਸੀ, ਤੇ ਉਹ ਵਿਚਾਰੇ ਨੂੰ ਮਾਰ ਦਿੱਤਾ। ਤੇ यूके वाली ਵਿਚਾਰੀ ਉੱਥੇ यूके ਬੈਠੀ ਆ, ਇਹ ਇੱਥੇ ਹੁਣ ਜੇਲ੍ਹਾਂ 'ਚ ਧੱਕੇ ਖਾਏਗੀ ਤੇ ਬੱਚਾ ਵੀ ਰੁਲ ਗਿਆ। ਤੇ ਬਹੁਤ ਗਲਤ ਫੈਸਲਾ ਮਾਂ ਨੇ ਕਰਵਾਇਆ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ ਓ ਇਮਾਨ ਦੇ ਵਿੱਚ ਰੱਖੇ। अस्सलामु अलैकुम व रहमतुल्लाहि व बरकातुहू।